ਹੈਲੋ 9th ਕਲਾਸ ਸਟੂਡੈਂਟਸ। तो ਅੱਜ ਅਸੀਂ ਕਰਾਂਗੇ ਮੋਸ਼ਨ ਇਨ ਵਨ ਡਾਇਮੈਂਸ਼ਨ। ਮੋਸ਼ਨ ਇਨ ਵਨ ਡਾਇਮੈਂਸ਼ਨ ਤੁਹਾਡਾ ਸੈਕਿੰਡ ਚੈਪਟਰ ਹੈ ਅਤੇ ਉਹਦਾ ਪਹਿਲਾ ਜਿਹੜਾ ਪਾਰਟ ਇਹ ਆ ਉਹਦੇ ਵਿੱਚ ਕੀ ਆ ਸਮ ਟਰਮਸ ਰਿਲੇਟਡ ਟੂ ਮੋਸ਼ਨ ਦੇ ਨਾਲ ਰਿਲੇਟਡ ਟਰਮਸ ਅਸੀਂ ਕਰਨੀਆਂ ਵਾ। ਠੀਕ ਹੈ ਜੀ। तो फस्ट टॉपिक ਇਹਦਾ ਅੱਜ ਆਪਾਂ ਸ਼ੁਰੂ ਕਰਦੇ ਹਾਂ ਸਕੇਲਰ ਐਂਡ ਵੈਕਟਰ ਕੁਆਂਟੀਟੀਜ਼। ਦੋ ਤਰ੍ਹਾਂ ਦੀਆਂ ਕੁਆਂਟੀਟੀਜ਼ ਹੁੰਦੀਆਂ ਫਿਜ਼ੀਕਲ ਕੁਆਂਟੀਟੀਜ਼, ਟੂ ਕਾਈਂਡਸ ਦੀਆਂ ਹੁੰਦੀਆਂ ਵਾ ਸਕੇਲਰ ਕੁਆਂਟੀਟੀਜ਼ ਐਂਡ ਵੈਕਟਰ ਕੁਆਂਟੀਟੀਜ਼। ਹੁਣ ਪਹਿਲੇ ਅਸੀਂ ਗੱਲ ਕਰਦੇ ਹਾਂ ਸਕੇਲਰ ਕੁਆਂਟੀਟੀਜ਼ ਕੀ ਹੁੰਦੀਆਂ ਅਤੇ ਵੈਕਟਰ ਕੁਆਂਟੀਟੀਜ਼ ਕੀ ਹੁੰਦੀਆਂ ਵਾ, ਉਹਦੀ ਆਪਾਂ ਗੱਲ ਕਰਦੇ ਹਾਂ। ਫਸਟ ਇਜ਼ ਦਾ ਸਕੇਲਰ ਕੁਆਂਟੀਟੀਜ਼। ਸਕੇਲਰ ਕੁਆਂਟੀਟੀਜ਼ ਉਹ ਕੁਆਂਟੀਟੀਜ਼ ਹੁੰਦੀਆਂ ਵਾ ਜਿਨ੍ਹਾਂ ਦਾ ਓਨਲੀ ਮੈਗਨੀਟਿਊਡ ਹੋਵੇ ਬਟ ਉਹਨਾਂ ਦੀ ਕੋਈ ਵੀ ਡਾਇਰੈਕਸ਼ਨ ਨਾ ਹੋਵੇ, ਉਹਨਾਂ ਨੂੰ ਕੀ ਬੋਲਦੇ ਆ ਸਕੇਲਰ ਕੁਆਂਟੀਟੀਜ਼। ਥੀਜ਼ ਆਰ ਫਿਜ਼ੀਕਲ ਕੁਆਂਟੀਟੀਜ਼ ਵਿਚ ਆਰ ਐਕਸਪ੍ਰੈਸਡ ਓਨਲੀ ਬਾਈ ਦੇਅਰ ਮੈਗਨੀਟਿਊਡ। ਉਹਨਾਂ ਨੂੰ ਐਕਸਪ੍ਰੈਸ ਕਰਨ ਲਈ ਸਿਰਫ ਮੈਗਨੀਟਿਊਡ ਦੀ ਲੋੜ ਹੈ। ਜਿਵੇਂ ਕਿਸੇ ਚੀਜ਼ ਦਾ ਮਾਸ, ਉਹਨੂੰ ਆਪਾਂ 5 ਕਿਲੋਗ੍ਰਾਮ, ਉਹਦੀ ਕੋਈ ਡਾਇਰੈਕਸ਼ਨ ਤਾਂ ਨਹੀਂ ਨਾ ਹੁੰਦੀ। ਸੋ ਸਕੇਲਰ ਕੁਆਂਟੀਟੀ ਨੂੰ ਰਿਪਰਜੈਂਟ ਕਰਨ ਲਈ ਸਾਨੂੰ ਸਿਰਫ ਦੋ ਕੁਆਂਟੀਟੀਜ਼ ਚਾਹੀਦੀਆਂ। ਕੰਪਲੀਟਲੀ ਰਿਪਰਜੈਂਟ ਕਰਨ ਲਈ ਸਾਨੂੰ ਸਿਰਫ ਟੂ ਕੁਆਂਟੀਟੀਜ਼ ਚਾਹੀਦੀਆਂ। ਫਸਟ ਇਜ਼ ਦਾ ਯੂਨਿਟ ਇਨ ਵਿਚ ਦਾ ਕੁਆਂਟੀਟੀ ਇਜ਼ ਬੀਇੰਗ ਮੇਜ਼ਰਡ, ਜਿੱਦਾਂ ਅਸੀਂ ਮਾਸ ਨੂੰ ਮੇਜ਼ਰ ਕੀਤਾ ਕਿਲੋਗ੍ਰਾਮ 'ਚ। ਸੈਕਿੰਡ ਇਜ਼ ਦਾ ਨਿਊਮੈਰੀਕਲ ਵੈਲਿਊ ਆਫ ਦੀ ਮੇਜਰ ਕੁਆਂਟੀਟੀ, ਵੀ ਉਹਦੀ ਨਿਊਮੈਰੀਕਲ ਵੈਲਿਊ ਕਿੰਨੀ ਹੈ। ਨਿਊਮੈਰੀਕਲ ਵੈਲਿਊ ਉਹਦੀ ਕਿੰਨੀ ਹੈ, ਜਿੱਦਾਂ 5 ਕਿਲੋਗ੍ਰਾਮ, 5 ਕੀ ਹੈ ਨਿਊਮੈਰੀਕਲ ਵੈਲਿਊ। ਸੋ ਉਹਨੀ ਦੋ ਕੁਆਂਟੀਟੀਜ਼ ਹੀ ਚਾਹੀਦੀਆਂ ਵਾ। ਠੀਕ ਹੈ ਜੀ। ਕਈ ਨੰਬਰ ਵੀ ਹੁੰਦੇ ਆ ਸਕੇਲਰ, ਜਿਵੇਂ ਸਕੇਲਰ ਇਜ਼ ਏ ਪਿਓਰ ਨੰਬਰ ਲਾਈਕ ਪਾਈ, ਈ, ਐਕਸਪੋਨੈਂਸ਼ੀਅਲ ਨੰਬਰ, ਪਾਈ ਹੋ ਗਿਆ, ਇਹ ਸਾਰੇ ਪਿਓਰ ਨੰਬਰਸ ਹੁੰਦੇ ਆ। ਇਹਨਾਂ ਦੀ ਕੋਈ ਯੂਨਿਟ ਨਹੀਂ ਹੁੰਦੀ, ਇਹ ਕਦੇ ਵੀ ਰਿਪਰਜੈਂਟ ਹੋ ਜਾਂਦੇ ਆ। ਜਿਵੇਂ ਪਾਈ ਹੁੰਦਾ ਨਾ 22/7, 3.14, ਉਹ ਵੀ ਇੱਕ ਸਕੇਲਰ ਕੁਆਂਟੀਟੀ ਹੈ। ਠੀਕ ਹੈ ਜੀ। ਸੋ ਨਾਓ ਇਜ਼ ਦਾ ਐਗਜ਼ਾਮਪਲਸ। ਐਗਜ਼ਾਮਪਲਸ ਇਹਦੀਆਂ ਕੀ ਨੇ? ਮਾਸ, ਲੈਂਥ, ਟਾਈਮ, ਡਿਸਟੈਂਸ, ਡੈਂਸਿਟੀ, ਵੋਲਿਊਮ, ਸਪੀਡ, ਟੈਂਪਰੇਚਰ, ਪੋਟੈਂਸ਼ੀਅਲ, ਵਰਕ, ਐਨਰਜੀ, ਪਾਵਰ, ਪ੍ਰੈਸ਼ਰ, ਹੀਟ, ਚਾਰਜ। ਜਿੰਨੀਆਂ ਵੀ ਇਹ ਕੁਆਂਟੀਟੀਜ਼ ਇੱਥੇ ਲਿਖੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਸਕੇਲਰ ਕੁਆਂਟੀਟੀਜ਼ ਬੋਲਦੇ ਹਾਂ, ਜਿਨ੍ਹਾਂ ਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ। ਉਹਨਾਂ ਨੂੰ ਰਿਪਰਜੈਂਟ ਕਰਨ ਲਈ ਕੋਈ ਵੀ ਡਾਇਰੈਕਸ਼ਨ ਦੀ ਲੋੜ ਸਾਨੂੰ ਨਹੀਂ ਪੈਂਦੀ। ਠੀਕ ਹੈ ਜੀ। ਇਹਨਾਂ ਨੂੰ ਅਸੀਂ ਸਿੰਪਲੀ ਐਡ, ਸਬਸਟਰੈਕਟ, ਮਲਟੀਪਲਾਈ, ਡਿਵਾਈਡ ਕਰ ਸਕਦੇ ਹਾਂ। ਠੀਕ ਹੈ ਜੀ। ਸਿੰਪਲੀ ਇਹਨਾਂ ਨੂੰ ਆਪਾਂ ਐਡ ਵੀ ਕਰ ਸਕਦੇ ਹਾਂ, ਸਬਟਰੈਕਟ ਵੀ ਕਰ ਸਕਦੇ ਹਾਂ, ਸਬਸਟਰੈਕਟ ਵੀ ਕਰ ਸਕਦੇ ਹਾਂ, ਮਲਟੀਪਲਾਈ ਵੀ ਕਰ ਸਕਦੇ ਹਾਂ ਅਤੇ ਡਿਵਾਈਡ ਵੀ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਸੈਕਿੰਡ ਇਜ਼ ਦਾ ਵੈਕਟਰ ਕੁਆਂਟੀਟੀਜ਼। ਵੈਕਟਰ ਕੁਆਂਟੀਟੀਜ਼ ਉਹਨਾਂ ਸਾਰੀਆਂ ਕੁਆਂਟੀਟੀਜ਼ ਨੂੰ ਕਿਹਾ ਜਾਂਦਾ ਵਾ ਜਿਨ੍ਹਾਂ ਦੇ ਲਈ ਸਾਨੂੰ ਡਾਇਰੈਕਸ਼ਨ ਦੀ ਵੀ ਲੋੜ ਪੈਂਦੀ ਆ ਅਤੇ ਮੈਗਨੀਟਿਊਡ ਦੀ ਵੀ ਲੋੜ ਪੈਂਦੀ ਆ। ਥੀਜ਼ ਫਿਜ਼ੀਕਲ ਕੁਆਂਟੀਟੀਜ਼ ਰਿਕੁਆਇਰ ਦਾ ਮੈਗਨੀਟਿਊਡ ਐਜ਼ ਵੈਲ ਐਜ਼ ਡਾਇਰੈਕਸ਼ਨ ਟੂ ਐਕਸਪ੍ਰੈਸ ਦੈਮ, ਦੈਨ ਓਨਲੀ ਦੇਅਰ ਮੀਨਿੰਗ ਇਜ਼ ਕੰਪਲੀਟ। ਜਿਨ੍ਹਾਂ ਨੂੰ ਕੰਪਲੀਟ ਕਰਨ ਦੇ ਲਈ, ਡਿਫਾਈਨ ਕਰਨ ਦੇ ਲਈ ਸਾਨੂੰ ਮੈਗਨੀਟਿਊਡ ਅਤੇ ਡਾਇਰੈਕਸ਼ਨ ਦੀ ਲੋੜ ਪੈਂਦੀ ਹੈ, ਉਹਨਾਂ ਨੂੰ ਬੋਲਦੇ ਵੈਕਟਰ ਕੁਆਂਟੀਟੀਜ਼। ਲਾਈਕ ਅਸੀਂ ਕਿਹਾ ਵੀ ਕੋਈ ਬੋਡੀ ਡਿਸਪਲੇਸ ਹੋਈ ਹੈ ਆਪਣੀ ਜਗ੍ਹਾ ਤੋਂ 5 ਮੀਟਰ, ਫਿਰ ਅਸੀਂ ਇਹੀ ਪੁੱਛਦੇ ਹਾਂ ਵੀ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੋਈ ਹੈ, ਨੌਰਥ 'ਚ ਹੋਈ ਹੈ, ਸਾਊਥ 'ਚ ਹੋਈ ਹੈ, ਕਿਹੜੀ ਡਾਇਰੈਕਸ਼ਨ 'ਚ ਹੋਈ ਹੈ। ਸੋ ਡਿਸਪਲੇਸਮੈਂਟ ਆਫ ਏ ਬੋਡੀ ਨੂੰ ਰਿਪਰਜੈਂਟ ਕਰਨ ਲਈ ਸਾਨੂੰ ਤਿੰਨ ਚੀਜ਼ਾਂ ਦੀ ਲੋੜ ਹੈ। ਫਸਟ ਇਜ਼ ਦਾ ਨਿਊਮੈਰੀਕਲ ਵੈਲਿਊ, ਕਿੰਨੀ ਡਿਸਪਲੇਸ ਹੋਈ, 5 ਡਿਸਪਲੇਸ ਹੋਈ। ਸੈਕਿੰਡ ਇਜ਼ ਦਾ ਯੂਨਿਟ, ਯੂਨਿਟ ਮਤਲਬ ਮੀਟਰ, 5 ਮੀਟਰ ਡਿਸਪਲੇਸ ਹੋਈ। ਐਂਡ ਥਰਡ ਇਜ਼ ਦਾ ਡਾਇਰੈਕਸ਼ਨ, ਕਿਹੜੀ ਡਾਇਰੈਕਸ਼ਨ ਦੇ ਵਿੱਚ ਡਿਸਪਲੇਸ ਹੋਈ। ਹੁਣ ਜਿੱਦਾਂ ਕਿਸੇ ਬੋਡੀ 'ਤੇ ਫੋਰਸ ਲੱਗਦੀ ਪਈ ਆ, ਆਪਾਂ ਕਿਹਾ ਜੀ ਇੱਕ ਬੋਡੀ 'ਤੇ ਫੋਰਸ 10 ਨਿਊਟਨ ਫੋਰਸ ਲੱਗਦੀ ਪਈ ਹੈ। 10 ਕੀ ਹੈ ਨਿਊਮੈਰੀਕਲ ਵੈਲਿਊ, ਨਿਊਟਨ ਕੀ ਹੈ ਯੂਨਿਟ, ਅਤੇ ਫਿਰ ਉਹਦੀ ਡਾਇਰੈਕਸ਼ਨ ਵੀ ਕੋਈ ਨਾ ਕੋਈ ਹੋਏਗੀ ਫੋਰਸ ਲੱਗਣ ਦੀ। ਵੀ ਆਪਾਂ ਕਿਸੇ ਬੋਡੀ 'ਤੇ ਫੋਰਸ ਲਗਾ ਰਹੇ ਹਾਂ, ਉਹਦੀ ਕੋਈ ਡਾਇਰੈਕਸ਼ਨ ਵੀ ਹੋਏਗੀ। ਸੋ 3 ਥਿੰਗਸ ਆਰ ਰਿਕੁਆਇਰਡ, ਤਿੰਨ ਚੀਜ਼ਾਂ ਸਾਨੂੰ ਰਿਕੁਆਇਰਡ ਹੈ ਇਹਨੂੰ ਡਿਫਾਈਨ ਕਰਨ ਲਈ। ਫਸਟ ਇਜ਼ ਦਾ ਯੂਨਿਟ, ਸੈਕਿੰਡ ਇਜ਼ ਦਾ ਡਾਇਰੈਕਸ਼ਨ ਐਂਡ ਥਰਡ ਇਜ਼ ਦਾ ਨਿਊਮੈਰੀਕਲ ਵੈਲਿਊ ਆਫ ਦੀ ਕੁਆਂਟੀਟੀ। ਐਗਜ਼ਾਮਪਲ ਇਹਦੀਆਂ ਕੀ ਨੇ? ਡਿਸਪਲੇਸਮੈਂਟ, ਵੈਲੋਸਿਟੀ, ਐਕਸੈਲਰੇਸ਼ਨ, ਮੋਮੈਂਟਮ, ਫੋਰਸ, ਟੋਰਕ, ਇੰਪਲਸ, ਵੇਟ, ਟੈਂਪਰੇਚਰ ਗ੍ਰੇਡੀਐਂਟ, ਇਲੈਕਟ੍ਰਿਕ ਫੀਲਡ। ਇਹ ਸਾਰੀਆਂ ਐਗਜ਼ਾਮਪਲਸ ਜਿਹੜੀਆਂ ਨੇ ਉਹ ਕਿਹਦੀਆਂ ਨੇ? ਵੈਕਟਰ ਕੁਆਂਟੀਟੀਜ਼ ਦੀਆਂ। ਇੱਕ ਗੱਲ ਤੁਸੀਂ ਖਿਆਲ ਰੱਖਣੀ ਹੈ, ਜਿਹੜਾ ਟੈਂਪਰੇਚਰ ਮੈਂ ਗ੍ਰੇਡੀਐਂਟ ਲਿਖਿਆ ਹੋਇਆ, ਟੈਂਪਰੇਚਰ ਗ੍ਰੇਡੀਐਂਟ, ਕੱਲਾ ਟੈਂਪਰੇਚਰ ਸਕੇਲਰ ਕੁਆਂਟੀਟੀ ਹੈ, ਕੱਲਾ ਟੈਂਪਰੇਚਰ ਕੀ ਹੈ? ਸਕੇਲਰ ਕੁਆਂਟੀਟੀ ਹੈ। ਬਟ ਟੈਂਪਰੇਚਰ ਗ੍ਰੇਡੀਐਂਟ, ਗ੍ਰੇਡੀਐਂਟ ਵਰਡ ਜਿੱਥੇ ਐਡ ਹੋ ਜਾਵੇ ਉਹਦਾ ਕੀ ਮਤਲਬ ਹੁੰਦਾ? ਚੇਂਜ ਇਨ ਟੈਂਪਰੇਚਰ ਵਿਦ ਰਿਸਪੈਕਟ ਟੂ ਡਿਸਟੈਂਸ, ਚੇਂਜ ਇਨ ਟੈਂਪਰੇਚਰ ਵਿਦ ਰਿਸਪੈਕਟ ਟੂ ਸਮ ਡਿਸਟੈਂਸ, ਕਿਸੇ ਡਾਇਰੈਕਸ਼ਨ ਦੇ ਵਿੱਚ। ਸੋ ਟੈਂਪਰੇਚਰ ਗ੍ਰੇਡੀਐਂਟ ਦਾ ਮਤਲਬ ਹੁੰਦਾ ਵੀ ਟੈਂਪਰੇਚਰ ਫਾਲ ਹੋ ਰਿਹਾ ਜਾਂ ਰਾਈਜ਼ ਹੋ ਰਿਹਾ ਡਿਸਟੈਂਸ ਦੇ ਹਿਸਾਬ ਦੇ ਨਾਲ। ਉਹ ਦੱਸਣ ਲਈ ਸਾਨੂੰ ਡਾਇਰੈਕਸ਼ਨ ਪਤਾ ਹੋਣੀ ਚਾਹੀਦੀ ਹੈ ਵੀ ਕਿਹੜੀ ਡਾਇਰੈਕਸ਼ਨ 'ਚ ਫਾਲ ਹੋ ਰਿਹਾ ਅਤੇ ਕਿਹੜੀ ਡਾਇਰੈਕਸ਼ਨ 'ਚ ਰਾਈਜ਼ ਹੋ ਰਿਹਾ। ਠੀਕ ਹੈ ਜੀ। ਸੋ ਵੈਕਟਰ ਕੁਆਂਟੀਟੀਜ਼ ਨੂੰ ਅਸੀਂ ਰਿਪਰਜੈਂਟ ਕਰਨ ਦੇ ਲੱਗੇ ਇੱਕ ਚੀਜ਼ ਦਾ ਖਿਆਲ ਰੱਖਣਾ ਤੁਸੀਂ, ਐਫ ਦੇ ਉੱਤੇ ਜਦੋਂ ਫੋਰਸ ਨੂੰ ਰਿਪਰਜੈਂਟ ਕਰਨਾ ਤਾਂ ਐਫ ਦੇ ਉੱਤੇ ਇੱਕ ਐਰੋ ਪਾਉਂਦੇ ਆ, ਉਹਨੂੰ ਕੀ ਬੋਲਦੇ? ਐਫ ਵੈਕਟਰ, ਫਿਰ ਇਹਨੂੰ ਬੋਲਦੇ ਆ। ਵੈਲੋਸਿਟੀ ਦੇ ਉੱਤੇ ਇੱਕ ਵੈਕਟਰ ਪਾਉਂਦੇ, ਵੀ ਵੈਕਟਰ, ਏ ਵੈਕਟਰ। ਇੱਕ ਹੁੰਦਾ ਓਪੋਜ਼ਿਟ ਵੈਕਟਰ, ਨੈਗੇਟਿਵ। ਨੈਗੇਟਿਵ ਕਦੋਂ ਲਗਾਉਂਦੇ ਹਾਂ ਅਸੀਂ? ਜਦੋਂ ਅਸੀਂ ਵੈਕਟਰ ਦਾ ਓਪੋਜ਼ਿਟ ਡਾਇਰੈਕਸ਼ਨ ਦੱਸਣੀ ਹੋਵੇ, ਜਦੋਂ ਅਸੀਂ ਵੈਕਟਰ ਦੀ ਓਪੋਜ਼ਿਟ ਦਿਸ਼ਾ ਦੱਸਣੀ ਹੋਵੇ।
ਤੇ ਨੈਗੇਟਿਵ ਜਦੋਂ ਵੈਕਟਰ ਦੇ ਅੱਗੇ ਲਿਖਤਾ ਨਾ ਉਹਦਾ ਮਤਲਬ ਹੁੰਦਾ ਨੈਗੇਟਿਵ ਸਾਈਨ ਕੀ ਇੰਡੀਕੇਟ ਕਰਦਾ ਵੀ ਇਹ ਵੈਕਟਰ ਜਿਹੜਾ ਨਾ -f ਵੈਕਟਰ ਉਹ f ਵੈਕਟਰ ਦੇ ਇਕੁਅਲ ਹੀ ਹੈ ਉਹਦਾ ਮੈਗਨੀਟਿਊਡ, ਬਟ ਉਹਦੀ ਡਾਇਰੈਕਸ਼ਨ ਕੀ ਹੈ, ਓਪੋਜ਼ਿਟ ਹੈ। ਡਾਇਰੈਕਸ਼ਨ ਉਹਦੀ ਕੀ ਹੈ, ਓਪੋਜ਼ਿਟ ਡਾਇਰੈਕਸ਼ਨ ਨੂੰ ਰਿਪਰੈਜ਼ੈਂਟ ਕਰਦਾ ਨੈਗੇਟਿਵ। ਠੀਕ ਹੈ ਜੀ। ਸੋ ਨੈਕਸਟ ਇਜ਼ ਦਾ ਰੈਸਟ ਐਂਡ ਮੋਸ਼ਨ। ਦੋ ਤਰ੍ਹਾਂ ਦੀ ਬੋਡੀ ਦੀ ਸਟੇਟ ਹੋ ਸਕਦੀ ਹੈ, ਰੈਸਟ ਦੀ ਜਾਂ ਮੋਸ਼ਨ ਦੀ। ਰੈਸਟ ਦਾ ਮਤਲਬ ਆ ਕਿ ਬੋਡੀ ਆਪਣੀ ਪੋਜੀਸ਼ਨ ਨੂੰ ਟਾਈਮ ਦੇ ਹਿਸਾਬ ਦੇ ਨਾਲ ਚੇਂਜ ਨਹੀਂ ਕਰਦੀ ਪਈ, ਬੋਡੀ ਆਪਣੀ ਪੋਜੀਸ਼ਨ ਨੂੰ ਟਾਈਮ ਦੇ ਹਿਸਾਬ ਦੇ ਨਾਲ ਕਿਸੇ ਰੈਫਰੈਂਸ ਪੁਆਇੰਟ ਤੋਂ ਚੇਂਜ ਨਹੀਂ ਕਰਦੀ ਪਈ। ਮੋਸ਼ਨ ਦਾ ਮਤਲਬ ਕੀ ਹੈ, ਬੋਡੀ ਆਪਣੀ ਪੋਜੀਸ਼ਨ ਨੂੰ ਚੇਂਜ ਕਰ ਰਹੀ ਹੈ ਟਾਈਮ ਦੇ ਨਾਲ ਨਾਲ, ਜਿੱਦਾਂ ਜਿੱਦਾਂ ਟਾਈਮ ਵੱਧ ਰਿਹਾ ਹੈ ਉੱਦਾਂ ਉੱਦਾਂ ਉਹਦੀ ਪੋਜੀਸ਼ਨ ਵੀ ਚੇਂਜ ਹੋ ਰਹੀ ਹੈ, ਉਹਨੂੰ ਮੋਸ਼ਨ ਕਹਿੰਦੇ ਆ। ਠੀਕ ਹੈ ਜੀ। ਸੋ ਦੇਖੋ ਧਿਆਨ ਨਾਲ, ਬੋਡੀ ਇਜ਼ ਸੈਡ ਟੂ ਬੀ ਇਨ ਰੈਸਟ ਇਫ ਇਟ ਡਜ਼ ਨੋਟ ਚੇਂਜ ਇਟਸ ਪੋਜੀਸ਼ਨ ਵਿਦ ਰਿਸਪੈਕਟ ਟੂ ਸਰਾਊਂਡਿੰਗਸ, ਆਪਣੀ ਸਰਾਊਂਡਿੰਗ ਦੇ ਹਿਸਾਬ ਨਾਲ ਆਪਣੀ ਜਗ੍ਹਾ ਚੇਂਜ ਨਾ ਕਰੇ। ਵਾਈਲ ਏ ਬੋਡੀ ਇਜ਼ ਸੈਡ ਟੂ ਬੀ ਇਨ ਮੋਸ਼ਨ ਇਫ ਇਟ ਚੇਂਜਿਸ ਇਟਸ ਪੋਜੀਸ਼ਨ ਵਿਦ ਰਿਸਪੈਕਟ ਟੂ ਇਟਸ ਇਮੀਡੀਏਟ ਸਰਾਊਂਡਿੰਗਸ, ਜਿਹੜੀ ਉਹਦੇ ਲਾਗੇ ਛਾਗੇ ਸਰਾਊਂਡਿੰਗ ਆ ਨਾ ਉਹਦੇ ਹਿਸਾਬ ਨਾਲ ਜੇਕਰ ਬੋਡੀ ਆਪਣੀ ਪੋਜੀਸ਼ਨ ਚੇਂਜ ਨਹੀਂ ਕਰਦੀ ਪਈ ਫਿਰ ਉਹ ਕੱਚ ਹੈ ਰੈਸਟ 'ਚ, ਜੇ ਚੇਂਜ ਕਰਦੀ ਪਈ ਤਾਂ ਫਿਰ ਮੋਸ਼ਨ 'ਚ। ਮੰਨ ਲਓ ਅਸੀਂ ਇੱਕ ਟ੍ਰੇਨ ਦੇ ਵਿੱਚ ਬੈਠੇ ਹਾਂ, ਟ੍ਰੇਨ ਮੂਵ ਕਰ ਰਹੀ ਹੈ ਅਤੇ ਅਸੀਂ ਪੈਸੰਜਰ ਹਾਂ ਉਹਦੇ ਵਿੱਚ ਬੈਠੇ, ਸਾਡੇ ਨਾਲ ਵੀ ਇੱਕ ਪੈਸੰਜਰ ਬੈਠਾ ਹੈ। ਕੀ ਅਸੀਂ ਉਸ ਨਾਲ ਦੇ ਪੈਸੰਜਰ ਦੇ ਹਿਸਾਬ ਨਾਲ ਮੋਸ਼ਨ 'ਚ ਨਹੀਂ? ਜੇ ਅਸੀਂ ਰੈਸਟ 'ਤੇ ਬੈਠੇ ਹਾਂ ਟ੍ਰੇਨ ਦੇ ਵਿੱਚ ਅਤੇ ਫਿਰ ਅਸੀਂ ਨਾਲ ਦਾ ਪੈਸੰਜਰ ਜਿਹੜਾ ਸਾਡੀ ਸੀਟ 'ਤੇ ਬੈਠਾ ਉਹਦੇ ਹਿਸਾਬ ਨਾਲ ਅਸੀਂ ਰੈਸਟ 'ਤੇ ਹੀ ਹਾਂ, ਕਿਉਂਕਿ ਸਾਡਾ ਇਮੀਡੀਏਟ ਸਰਾਊਂਡਿੰਗ ਕੀ ਆ, ਉਹ ਨਾਲ ਦੇ ਸਾਰੇ ਪੈਸੰਜਰਸ। ਸਾਡੀ ਇਮੀਡੀਏਟ ਸਰਾਊਂਡਿੰਗ ਕੀ ਆ, ਉਹ ਨਾਲ ਦੇ ਸਾਰੇ ਪੈਸੰਜਰਸ, ਉਹਨਾਂ ਦੇ ਹਿਸਾਬ ਨਾਲ ਸਾਡੀ ਪੋਜੀਸ਼ਨ ਚੇਂਜ ਨਹੀਂ ਹੁੰਦੀ ਪਈ। ਇਹਦਾ ਮਤਲਬ ਜਦੋਂ ਅਸੀਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹਾਂ, ਰੈਸਟ 'ਤੇ ਬੈਠੇ ਹਾਂ ਅਤੇ ਟ੍ਰੇਨ ਦੇ ਬਾਕੀ ਬੰਦਿਆਂ ਦੇ ਹਿਸਾਬ ਦੇ ਨਾਲ ਅਸੀਂ ਕੀ ਹਾਂ, ਰੈਸਟ 'ਤੇ ਹਾਂ ਟ੍ਰੇਨ ਦੇ ਹਿਸਾਬ ਨਾਲ। ਇੱਕ ਹੁਣ ਮੰਨ ਲਓ ਪਲੇਟਫਾਰਮ ਲੰਘਿਆ, ਆਪਾਂ ਇੱਕ ਪਲੇਟਫਾਰਮ ਤੋਂ ਲੰਘੇ, ਉਸ ਪਲੇਟਫਾਰਮ 'ਤੇ ਕੋਈ ਪਰਸਨ ਖੜਾ ਵਾ ਜਾਂ ਇੱਕ ਫਾਟਕ ਤੋਂ ਲੰਘਦੇ ਪਏ, ਫਾਟਕ 'ਤੇ ਮੋਟਰਸਾਈਕਲ ਵਾਲਾ ਨੀਚੇ ਖੜਾ ਵਾ, ਉਹ ਸਾਨੂੰ ਮੂਵ ਕਰਦੇ ਨੂੰ ਦੇਖ ਰਿਹਾ ਵਾ, ਉਹਦੇ ਹਿਸਾਬ ਨਾਲ ਅਸੀਂ ਕੀ ਆ, ਮੋਸ਼ਨ ਦੇ ਵਿੱਚ ਆ। ਉਸ ਬੰਦੇ ਦੇ ਹਿਸਾਬ ਨਾਲ ਕੀ ਆ, ਅਸੀਂ ਟ੍ਰੇਨ ਦੇ ਵਿੱਚ ਰੈਸਟ 'ਤੇ ਬੈਠੇ ਹਾਂ। ਉਸ ਜਿਹੜਾ ਬੰਦਾ ਪਰਸਨ ਬਾਹਰ ਮੋਟਰਸਾਈਕਲ 'ਤੇ ਖੜਾ ਸੀਗਾ ਫਾਟਕ ਦੇ ਉੱਤੇ, ਉਹਦੇ ਹਿਸਾਬ ਨਾਲ ਅਸੀਂ ਕੀ ਆ, ਮੋਸ਼ਨ ਦੇ ਵਿੱਚ ਆ। ਸੋ ਸੇਮ ਟਾਈਮ 'ਤੇ ਬੋਡੀ ਰੈਸਟ 'ਚ ਵੀ ਹੋ ਸਕਦੀ, ਮੋਸ਼ਨ 'ਚ ਵੀ ਹੋ ਸਕਦੀ ਵਿਦ ਰਿਸਪੈਕਟ ਟੂ ਸਮ ਅਦਰ ਬੋਡੀ। ਠੀਕ ਹੈ ਜੀ। ਸੋ ਇਮੀਡੀਏਟ ਸਰਾਊਂਡਿੰਗ ਦਾ ਇੱਥੇ ਮਤਲਬ ਕੀ ਆ, ਜਿਹੜੀ ਸਾਡੇ ਜਸਟ ਨਾਲ ਨਾਲ ਬੈਠੇ ਆ ਉਹਦੇ ਹਿਸਾਬ ਨਾਲ ਹੀ ਰੈਸਟ 'ਤੇ ਆ। ਠੀਕ ਹੈ ਜੀ। तो for a moving body, if the distance travelled in certain time interval is much large as compared to the size of the body can be assumed to be in point particle। ਆਪਾਂ ਬੋਡੀ ਨੂੰ ਨਾ ਪੁਆਇੰਟ ਪਾਰਟੀਕਲ ਕਦੋਂ ਲੈਂਦੇ ਆ? ਪੁਆਇੰਟ ਪਾਰਟੀਕਲ ਉਦੋਂ ਲੈਂਦੇ ਆ ਜਦੋਂ ਬੋਡੀ ਦਾ ਸਾਈਜ਼ ਬਹੁਤ ਛੋਟਾ ਹੋਵੇ ਅਤੇ ਜਿਹੜੀ ਬੋਡੀ ਨੇ ਡਿਸਟੈਂਸ ਤੈਅ ਕੀਤੀ ਹੋਵੇ ਬਹੁਤ ਵੱਡੀ ਹੋਵੇ। ਜਿੱਦਾਂ ਹੁਣ ਕਾਰ ਵਾ, ਕਾਰ ਇੱਕ ਪੁਆਇੰਟ ਆਬਜੈਕਟ ਕਦੋਂ ਲਵਾਂਗੇ? ਹੁਣ ਜਦੋਂ ਕਾਰ ਇੱਥੋਂ ਚੱਲ ਕੇ ਜਲੰਧਰ ਚਲੇਗੀ, ਡਿਸਟੈਂਸ ਕਿੰਨੀ ਹੈ? 60 ਕਿਲੋਮੀਟਰ। ਕਾਰ ਦੀ ਲੰਬਾਈ ਕਿੰਨੀ ਹੈ? 2 ਮੀਟਰ। ਕਾਰ ਲੰਬਾਈ 3 ਮੀਟਰ ਦੀ ਕਾਰ ਆ, ਗਈ ਉਹ 60 ਕਿਲੋਮੀਟਰ ਆ। ਇਹਦਾ ਮਤਲਬ ਉਹ ਜਿਹੜੀ ਡਿਸਟੈਂਸ ਉਹਨੇ ਤੈਅ ਕੀਤੀ ਉਹਦੇ ਮੁਕਾਬਲੇ ਉਹਦਾ ਆਪਦਾ ਸਾਈਜ਼ ਤਾਂ ਬਹੁਤ ਛੋਟਾ ਵਾ। ਉਦੋਂ ਅਸੀਂ ਕਾਰ ਨੂੰ, ਉਸ ਸਕੂਟਰ ਨੂੰ, ਉਸ ਮੋਟਰਸਾਈਕਲ ਨੂੰ ਕੀ ਲੈਂਦੇ ਹਾਂ? ਇੱਕ ਪੁਆਇੰਟ ਆਬਜੈਕਟ ਲੈਂਦੇ ਹਾਂ। ਠੀਕ ਹੈ ਜੀ। ਉਹਨੂੰ ਪੁਆਇੰਟ ਪਾਰਟੀਕਲ ਐਜ਼ਿਊਮ ਕਰਦੇ ਹਾਂ। ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਵਨ ਡਾਈਮੈਂਸ਼ਨਲ ਮੋਸ਼ਨ। ਵਨ ਡਾਈਮੈਂਸ਼ਨਲ ਦਾ ਮਤਲਬ ਕੀ ਹੈ? 3 ਦਿਸ਼ਾਵਾਂ ਹੁੰਦੀਆਂ ਨਾ, ਐਕਸ, ਵਾਈ ਐਂਡ ਜ਼ੈਡ, ਇਹ ਕੋਆਰਡੀਨੇਟ ਐਕਸਿਸ ਹੁੰਦੇ ਆ। ਇੱਕ ਦਿਸ਼ਾ ਦੇ ਵਿੱਚ ਮੋਸ਼ਨ, ਇੱਕ ਡਾਇਰੈਕਸ਼ਨ ਦੇ ਵਿੱਚ ਮੋਸ਼ਨ। ਅਸੀਂ ਸਟ੍ਰੇਟ ਲਾਈਨ 'ਚ ਜਾ ਰਹੇ ਹਾਂ ਰੋਡ 'ਤੇ, ਉਹਨੂੰ ਅਸੀਂ ਕੀ ਬੋਲਦੇ ਹਾਂ? ਵਨ ਡਾਇਮੈਂਸ਼ਨਲ ਮੋਸ਼ਨ। ਠੀਕ ਹੈ ਜੀ। ਇੱਕ ਕੀੜੀ ਆ, ਉਹ ਪਲੇਨ ਸਰਫੇਸ 'ਤੇ ਕਦੀ ਇੱਦਾਂ ਮਤਲਬ ਜਿਗ ਜੈਗਲੀ ਮੂਵ ਕਰ ਰਹੀ ਹੈ, ਉਹਦੇ ਮੋਸ਼ਨ ਨੂੰ ਕੀ ਬੋਲਾਂਗੇ? 2 ਡਾਇਮੈਂਸ਼ਨਲ ਮੋਸ਼ਨ। ਇੱਕ ਮੱਖੀ ਆ, ਉਹ ਸਪੇਸ ਦੇ ਵਿੱਚ ਇੱਦਾਂ ਉੱਡ ਰਹੀ ਹੈ, ਤਿੰਨੇ ਡਾਇਰੈਕਸ਼ਨ 'ਚ ਉਹਦਾ ਮੋਸ਼ਨ ਆ, ਉਹਨੂੰ ਅਸੀਂ ਕੀ ਬੋਲਾਂਗੇ? 3 ਡਾਇਮੈਂਸ਼ਨਲ ਮੋਸ਼ਨ। ਇੱਕ ਸਟ੍ਰੇਟ ਲਾਈਨ 'ਚ ਜਾਣਾ 1 ਡਾਇਮੈਂਸ਼ਨਲ, ਇੱਕ ਸਪੇਸ ਦੇ ਵਿੱਚ ਮਤਲਬ ਸਰਫੇਸ ਦੇ ਉੱਤੇ ਇੱਦਾਂ ਜਿਗ ਜੈਗ ਮੂਵ ਕਰਨਾ, ਜਿਵੇਂ ਕੀੜੀ ਮੂਵ ਕਰਦੀ ਹੈ ਧਰਤੀ ਦੇ ਉੱਤੇ, ਉਹਨੂੰ ਕੀ ਬੋਲਾਂਗੇ? 2 ਡਾਇਮੈਂਸ਼ਨਲ ਮੋਸ਼ਨ। ਜਿਵੇਂ ਮੱਖੀ ਉੱਡਦੀ ਹੈ ਉਹਨੂੰ ਕੀ ਬੋਲਾਂਗੇ? 3 ਡਾਇਮੈਂਸ਼ਨਲ ਮੋਸ਼ਨ, ਕਿਉਂਕਿ ਉਹ ਤਿੰਨੇ ਡਾਇਰੈਕਸ਼ਨਾਂ 'ਚ ਮੂਵ ਕਰਦੀ ਹੈ, ਐਕਸ, ਵਾਈ, ਜ਼ੈਡ 'ਚ। ਠੀਕ ਹੈ ਜੀ। So one dimensional motion, when a body moves along a straight line path, its motion is said to be one dimensional motion. It is also called motion in straight line or rectilinear motion भी कहते हैं ਇਹਨੂੰ। For example, motion of a train on a straight track, a stone falling down vertically। ਅਸੀਂ ਇੱਕ ਬੋਡੀ ਨੂੰ ਨਾ ਥੱਲੇ ਸੁੱਟਿਆ, ਉਹ ਇੱਕ ਸਟ੍ਰੇਟ ਲਾਈਨ 'ਚ ਥੱਲੇ ਜਾਂਦੀ ਨਾ, ਇੱਦਾਂ ਇੱਕ ਵੱਟੇ ਨੂੰ ਅਸੀਂ ਇੱਦਾਂ ਮੰਨ ਲਓ ਹਾਈਟ ਤੋਂ ਇੱਦਾਂ ਨੀਚੇ ਸੁੱਟਿਆ, ਉਹ ਲਾਈਨ 'ਚ ਹੀ ਜਾਂਦਾ ਨਾ ਨੀਚੇ ਨੂੰ, ਇੱਦਾਂ ਤਾਂ ਨਹੀਂ ਨਾ ਜਾਂਦਾ, ਇੱਦਾਂ ਉਹਦੇ ਮੋਸ਼ਨ ਨੂੰ। ਆਹ ਵਾਲਾ ਜਿਗ ਜੈਗ ਮੋਸ਼ਨ ਜਿਹੜਾ ਇਹ 2 ਡਾਇਮੈਂਸ਼ਨਲ ਹੈ, ਅਤੇ ਆਹ ਵਾਲਾ ਜਿਹੜਾ ਸਟ੍ਰੇਟ ਲਾਈਨ 'ਚ ਜਾਂਦਾ ਇਹ 1 ਡਾਇਮੈਂਸ਼ਨਲ, ਇੱਕੋ ਦਿਸ਼ਾ 'ਚ ਇੱਕੋ ਲਾਈਨ 'ਚ ਹੀ ਜਾਣ ਡਿਆ ਵਾ, ਉਹਨੂੰ ਬੋਲਦੇ ਸਟ੍ਰੇਟ ਲਾਈਨ ਮੋਸ਼ਨ ਔਰ 1 ਡਾਇਮੈਂਸ਼ਨਲ ਮੋਸ਼ਨ। ਠੀਕ ਹੈ ਜੀ। Stone falling down vertically, a car moving on a long and straight road are one dimensional motions। In such a motion there is no movement of body in lateral direction। ਕਿਸੇ ਹੋਰ ਦਿਸ਼ਾ ਦੇ ਵਿੱਚ ਸਾਈਡਾਂ 'ਤੇ ਉਹਦੀ ਮੂਵਮੈਂਟ ਨਹੀਂ ਹੁੰਦੀ, ਸਿੱਧੀ ਮੂਵਮੈਂਟ ਹੁੰਦੀ ਹੈ, ਉਹਨੂੰ 1 ਡਾਇਮੈਂਸ਼ਨਲ ਮੋਸ਼ਨ ਕਹਾਂਗੇ। ਇਫ ਏ ਬੋਡੀ ਮੂਵਸ ਔਨ ਏ ਪਲੇਨ ਅਲੋਂਗ ਏ ਕਰਵਡ ਪਾਥ, ਜੇਕਰ ਕਰਵਡ ਪਾਥ ਦੇ ਪਲੇਨ ਦੇ ਲੋਂਗ ਟ੍ਰੇਨ ਜਿਹੜੀ ਆ ਕਰਵਡ ਪਾਥ 'ਤੇ ਜਾ ਰਹੀ ਹੈ, ਆਪਾਂ ਰੋਡ ਦੇ ਉੱਤੇ ਕਰਵਡ ਰੋਡ ਦੇ ਉੱਤੇ ਜਾ ਰਹੇ ਹਾਂ, ਫਿਰ ਸਾਡੇ ਮੋਸ਼ਨ ਨੂੰ ਅਸੀਂ ਕੀ ਬੋਲਾਂਗੇ? 2 ਡਾਇਮੈਂਸ਼ਨਲ ਮੋਸ਼ਨ ਬੋਲਾਂਗੇ। ਜਿਵੇਂ ਕੀੜੀ ਆ ਉਹ ਜਿਗ ਜੈਗ ਮੂਵ ਕਰਦੀ ਹੈ, ਅਸੀਂ ਸਾਡੇ ਰੋਡ
ਮੁੜੇ ਖੁੜੇ ਆ ਇੱਦਾਂ ਮਤਲਬ ਇੱਕ ਲਾਈਨ 'ਚ ਨਹੀਂ ਜਾ ਰਹੇ, ਉਹਨੂੰ ਅਸੀਂ ਕੀ ਬੋਲਾਂਗੇ, ਟ੍ਰੇਨ ਦੀ ਲਾਈਨ ਇੱਦਾਂ ਗੋਲ ਹੋ ਰਹੀ ਹੈ, ਬੈਂਡ ਹੋ ਰਹੀ ਹੈ, ਕਰਵ ਹੋ ਰਹੀ ਹੈ, ਕਰਵਡ ਹੋ ਰਹੀ ਹੈ, ਉਹਨੂੰ ਅਸੀਂ ਕੀ ਬੋਲਾਂਗੇ, 2 ਡਾਇਮੈਂਸ਼ਨਲ ਮੋਸ਼ਨ। in this chapter we shall consider only in 1 dimensional motion and representation of 1 dimensional motion। 1 dimensional motion ਨੂੰ ਹੀ represent ਕਿਵੇਂ ਕਰਦੇ ਹਾਂ। the path of the 1 dimensional motion can be represented by straight line parallel to x axis। x axis is taken in the direction of motion। each position on the straight line represents the position of the particle at different instants। ਕਹਿੰਦਾ ਅਸੀਂ ਨਾ x ਡਾਇਰੈਕਸ਼ਨ ਇੱਕ ਲੈ ਲੈਂਦੇ ਹਾਂ, एक्स डायरैक्शन जीरो तो एक स्टैंडर्ड मान के उस डायरैक्शन ना वो इदा डिस्टेंस कट लें, वो रिप्रजेंटेशन एक्स डायरैक्शन से करते हैं। द मोशन ऑफ पार्टिकल एट एनी इंस्टेंट टी इज़ एक्सप्रैसड बाय स्पेसिफाइंग एक्स कोआर्डीनेट्स एट दैट इंस्टेंट। वो एक्स कोआर्डीनेट असीं दस दें भी 3 मीटर ते आ, 5 मीटर ते आ, कितनी दूरी ते आ, उत्ते ही असीं डब्बे कट लें एक्स एक्सिस ते, ठीक है। एज अ पार्टिकल मूव्स इट्स एक्स कोआर्डीनेट्स विल चेंज विद टाइम। जिदा जिदा पार्टिकल मूव करेगा वो एक्स कोआर्डीनेट मतलब वो पहले जीरो ते सी, फिर मूव करके 2 मीटर ते चला गया, फिर मूव करके 5 मीटर ते 4 मीटर ते चला गया, 5 मीटर ते चला गया, इदां वो ओहदी की है एक्स कोआर्डीनेट ओहदा बदलता रहिंदा, ठीक है जी। एग्जाम्पल, the position of the pebble measured from its starting point falling freely and vertically downwards at different instant is given in the table below। टाइम एक बंदे नोट करांगे भी 0 सैकेंड ते वो सीगा 0 मीटर ते, ठीक है, ऊपर सीगा, 1 सैकेंड ते वो 5 मीटर ते पहुँच गया, 2 सैकेंड ते 20 मीटर ते पहुँच गया, 3 सैकेंड ते 45 मीटर ते पहुँच गया, 4 सैकेंड ते 80 मीटर ते पहुँच गया, ठीक है। फॉलिंग फ्रीली सीगा एक बॉडी जिहड़ी सीगी ते ओहदे असीं टाइम इंटरवल ते एक्स नूं नोट किया। सो टाइम ते एक्स असीं 2 चीज़ां नोट करते हैं बॉडी के मोशन नूं, 1 डायमैंशनल मोशन नूं नोट करन लई एक्स कोआर्डीनेट लेने भी, जिदा हाइट तो नीचे आंदा पिया कितनी डिस्टेंस उन्हें तय कर ली, उन्होंने एक्स एक्सिस ते दसते हैं, तो 1 सैकेंड असीं की नोट करते हैं, टाइम नोट करते हैं, ठीक है जी। The motion of the pebble can be expressed by choosing a proper scale for x on a straight line along x-axis as shown in figure। Here x-axis represents the vertical downward direction। x-axis ਨੂੰ ਅਸੀਂ vertically downward direction ਦੱਸਿਆ, ਇੱਕ x-axis ਬਣਾ ਲਿਆ 0 ਤੇ 0 ਲਿਖ ਲਿਆ, ਫਿਰ ਟਾਈਮ 1 ਸੈਕਿੰਡ ਤੇ 5 ਮੀਟਰ ਤੇ ਨਿਸ਼ਾਨ ਲਾਤਾ, 2 ਸੈਕਿੰਡ ਤੇ 20 ਮੀਟਰ ਤੇ ਲਾਤਾ। ਉਹ ਤਾਂ ਡੱਬੇ ਕੱਟਾਂਗੇ ਨਾ ਇੱਕੋ ਜਿਹੇ 5 ਦੇ, ਜਿੱਦਾਂ ਗ੍ਰਾਫ ਤੇ ਕੱਟੀ ਦੇ ਆ ਉਹਦਾ ਅਸੀਂ ਡੱਬੇ ਕੱਟਾਂਗੇ ਤੇ 3 ਸੈਕਿੰਡ ਤੇ ਅਸੀਂ ਲਾਤਾ ਆਪਣਾ 45 ਮੀਟਰ ਤੇ, सो इदा 4 सैकेंड 80 मीटर ते लगाता। सो इदा अपनी एक्स बदल रही है विद रिस्पैक्ट टू टाइम। सो ये सीगा साडा इत्थों तक दा टॉपिक। रेस्ट एंड मोशन पढ़िया, 1 डायमैंशनल मोशन पढ़िया ते स्केलर एंड वैक्टर क्वांटिटीज़ पढ़िया, ठीक है जी। सो नैक्सट टॉपिक असीं अगली वीडियो दे विच करांगे। थैंक्स फॉर वॉचिंग दिस वीडियो।